ਅੱਜ ਦਾ ਟੌਪਿਕ ਮੇਰਾ ਜਿਹੜਾ ਹੈਗਾ ਨਾ ਕਿ ਜਿਹੜਾ ਰੱਦੇ ਅਮਲ ਕਿਸੇ ਵੀ ਚੀਜ਼ ਨੂੰ ਅਸੀਂ ਸਾਰੇ ਵੇਖ ਕੇ ਦਿੰਦੇ ਆ ਨਾ ਤੇ ਉਹ ਰੱਦੇ ਅਮਲ ਦੀ ਬੁਨਿਆਦ ਤੇ ਹਰ ਬੰਦਾ ਵੇਖਣ ਵਾਲਾ ਇਹ ਫੈਸਲਾ ਕਰਦਾ ਹੈ ਕਿ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਸ਼ਖਸੀਅਤ ਕਿਸ ਕਿਸਮ ਦੀ ਹੈ। ਤੁਹਾਡੇ 'ਚ ਜ਼ਿਆਦਾ ਗੁੱਸਾ ਹੈ, ਤੁਸੀਂ ਜ਼ਿਆਦਾ ਡਿਸਅਪੁਆਇੰਟਡ ਮਾਯੂਸ ਰਹਿੰਦੇ ਹੋ, ਫਰਸਟ੍ਰੇਟਡ ਰਹਿੰਦੇ ਹੋ, ਕੀ ਰਹਿੰਦੇ ਹੋ। ਔਰ ਇਹ ਸਾਰਾ ਨਤੀਜਾ ਇਹ ਤੁਹਾਡੇ ਇਮੋਸ਼ਨਸ ਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਦੇ ਹੋ ਆਪਣੇ ਇਮੋਸ਼ਨਸ ਨੂੰ। ਇਹ ਬਹੁਤ ਬੜੀ ਤਾਕਤ ਹੈ ਕਿਸੇ ਵੀ ਇਨਸਾਨ ਵਾਸਤੇ ਕਿ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰੇ ਔਰ ਆਪਣੇ ਰੱਦੇ ਅਮਲ ਦੇ ਵਿੱਚ ਉਹ ਇੰਨਾ ਮੁਹਤਾਤ ਹੋਵੇ ਔਰ ਇੰਨਾ ਬਿਹਤਰ ਹੋਵੇ ਕਿ ਕਿਸੇ ਵੀ ਚੀਜ਼ ਨੂੰ ਉਹ ਫੌਰੀ ਤੌਰ ਤੇ ਰੱਦੇ ਅਮਲ ਦੇਣ ਤੋਂ ਬਾਅਦ ਗੁੱਸੇ ਨਾਲ ਜਾਂ ਤਲਖ ਰਵੱਈਏ ਨਾਲ ਅਗਰ ਕੋਈ ਜਵਾਬ ਦਿੰਦਾ ਹੈ ਜਿਹਦੇ ਨਾਲ ਕਿ ਅਗਲੇ ਬੰਦੇ ਜਿਹੜੇ ਨੇ ਉਹ ਹਰਟ ਹੁੰਦੇ ਨੇ, ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹਦੇ ਨਾਲ ਇੱਕ ਤਾਂ ਰਿਲੇਸ਼ਨਸ਼ਿਪਸ ਖਰਾਬ ਹੁੰਦੇ ਨੇ। ਲੇਕਿਨ ਉਸ ਤੋਂ ਇਲਾਵਾ ਇਹ ਕਿ ਤੁਹਾਡਾ ਕੋਈ ਵੀ ਐਸਾ ਫੈਸਲਾ ਜਿਹੜਾ ਕਿਸੇ ਫੌਰੀ ਰੱਦੇ ਅਮਲ ਦੀ ਬੁਨਿਆਦ ਤੇ ਹੋਏਗਾ, ਉਹ ਫੈਸਲਾ ਜਿਹੜਾ ਨਾ ਉਹ ਦਰੁਸਤ ਫੈਸਲਾ ਨਹੀਂ ਹੋਏਗਾ। ਇਨ ਦੀ ਲੌਂਗ ਰਨ ਨੂੰ ਫੈਸਲਾ ਤੁਹਾਨੂੰ ਨੁਕਸਾਨ ਦੇਏਗਾ। ਮਿਸਾਲ ਦੇ ਤੌਰ ਤੇ ਅਸੀਂ ਸੁਸਾਇਟੀ 'ਚ ਰਹਿੰਦੇ ਹੋਇਆਂ ਸਾਡੀ ਆਪਣੀ ਲਾਈਕਿੰਗ ਡਿਸਲਾਈਕਿੰਗਸ ਹੈਗੀਆਂ ਨੇ। ਅਸੀਂ ਕਿਸੇ ਸਿਆਸੀ ਪਾਰਟੀ ਨੂੰ ਪਸੰਦ ਕਰਨੇ ਆ, ਕਿਸੇ ਨੂੰ ਨਾ ਪਸੰਦ ਕਰਨੇ ਆ। ਹੁਣ ਇਹ ਸਾਡਾ ਚੋਇਸ ਹੈਗਾ, ਹਰ ਬੰਦੇ ਕੋਲ ਇਖਤਿਆਰ ਹੈਗਾ ਔਰ ਇਹਦੇ 'ਚ ਕੋਈ ਐਸੀ ਹਰਜ ਵਾਲੀ ਗੱਲ ਨਹੀਂ। ਲੇਕਿਨ ਜਦੋਂ ਅਸੀਂ 2-4 ਬੰਦੇ ਰਲ ਕੇ ਬੈਠਨੇ ਆ ਨਾ ਤੇ ਉਸ ਵਕਤ ਅਸੀਂ ਇਹ ਫੈਸਲਾ ਕਰਨ ਲੱਗ ਪੈਂਦੇ ਆ ਕਿ ਫਲਾਂ ਸਿਆਸੀ ਪਾਰਟੀ ਜਿਹੜੀ ਉਹ ਬਿਹਤਰ ਹੈ ਜਾਂ ਫਲਾਂ ਸਿਆਸੀ ਲੀਡਰ ਜਿਹੜਾ ਉਹ ਬਿਹਤਰ ਹੈ। ਤੇ ਜਿਹੜੇ ਇਸ ਚੀਜ਼ ਨੂੰ ਨਾਪਸੰਦ ਕਰਦੇ ਨੇ ਉਹ ਇਤਨਾ ਇਮੀਡੀਏਟ ਰੱਦੇ ਅਮਲ ਦਿੰਦੇ ਨੇ ਬਗੈਰ ਸੋਚਿਆਂ ਸਮਝਿਆਂ ਕਿ ਅਗਲਾ ਬੰਦਾ ਹਰਟ ਹੁੰਦਾ, ਉਹਨੂੰ ਤਕਲੀਫ ਹੁੰਦੀ ਹੈ। ਤੁਸੀਂ ਤੁਹਾਡੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਸਪੋਇਲ ਹੁੰਦੇ ਨੇ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕ ਕਹਾਣੀ ਹੈ ਕਿ ਕਿਸੇ ਬਾਦਸ਼ਾਹ ਦੇ ਕੋਲ ਦੂਸਰਾ ਬਾਦਸ਼ਾਹ ਗਿਆ ਸੀ ਮਿਲਣ ਵਾਸਤੇ ਤੇ ਉਹਨੇ ਵੇਖਿਆ ਕਿ ਉਹਦੇ ਸਾਰੇ ਬਿਹਤਰੀਨ ਆਉਣ ਵਾਲੇ ਮਹਿਮਾਨ ਵਾਸਤੇ ਉਸ ਬਾਦਸ਼ਾਹ ਨੇ ਬੜੇ ਬਿਹਤਰੀਨ ਖਾਣੇ ਪਕਾਏ। ਲੇਕਿਨ ਹੋਇਆ ਇਸ ਤਰ੍ਹਾਂ ਕਿ ਜਿਸ ਵੇਲੇ ਖਾਣਾ ਖਾਣ ਲੱਗੇ ਤੇ ਜਿਹੜਾ ਸਾਲਨ ਵਾਲਾ ਉਹਨਾਂ ਦਾ ਪਿਆਲਾ ਸੀ ਨਾ ਉਹਦੇ ਵਿੱਚ ਇੱਕ ਮੱਖੀ ਡਿੱਗ ਪਈ। ਉਹ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ ਤੇ ਰੱਦੇ ਅਮਲ ਦੇ ਵਿੱਚ ਉਹਨੇ ਫੌਰੀ ਤੌਰ ਤੇ ਜਿਹੜਾ ਨਾ ਉਹਨੂੰ ਆਪਣੇ ਜਿਹੜੇ ਅਹਿਲਕਾਰ ਐਸਨ ਜਾਂ ਕੁੱਕ ਐਸਨ ਬਾਵਰਚੀ ਐਸਨ ਉਹਨਾਂ ਨੂੰ ਸਖਤ ਡਾਂਟਿਆ। ਉਹਦੇ ਚਿਹਰੇ ਤੋਂ ਗੁੱਸਾ ਆਇਆ ਸੀ। ਜਿਹੜਾ ਮਹਿਮਾਨ ਸੀ ਨਾ ਉਹਨੂੰ ਕਿਹਾ ਬਾਦਸ਼ਾਹ ਇਹ ਕਿਹੜੀ ਗੱਲ ਹੈਗੀ ਕਿ ਮੱਖੀ ਜੇ ਗਿਰੀ ਗਈ ਹੈ ਤੇ ਤੁਸੀਂ, ਉਹ ਕਹਿੰਦੇ ਨੇ ਜੀ ਮੇਰਾ ਤੇ ਮੂਡ ਹੀ ਖਰਾਬ ਕਰਤਾ ਇਸ ਮੱਖੀ ਨੇ, ਇਹ ਵਿੱਚ ਡਿੱਗੀ ਕਿਉਂ ਤੇ ਇਹਨਾਂ ਨੂੰ ਪਕਾਉਣ ਵਾਲੇ ਜਿਹੜੇ ਨੇ ਇਹਦਾ ਫਲਾਣਾ। ਤੇ ਦੇਖੋ ਨਾ ਕਸੂਰ ਮੱਖੀ ਅਗਰ ਆਈ ਗਈ ਹੈ ਡਿੱਗ ਪਈ ਹੈ ਤੇ ਕਿਹੜਾ ਇੱਥੇ ਕੋਈ ਕਿਆਮਤ ਆ ਗਈ ਸੀ। ਆਪਣੇ ਰੱਦੇ ਅਮਲ ਦੇਣ ਦੇ ਵਿੱਚ ਉਹ ਮੁਹਤਾਤ ਰਹਿੰਦਾ, ਲੇਕਿਨ ਉਹ ਮੁਹਤਾਤ ਨਾ ਰਿਹਾ ਤੇ ਉਹ ਆਉਣ ਵਾਲੇ ਮਹਿਮਾਨ ਨੇ ਉਹਨੂੰ ਕਿਹਾ ਕਿ ਤੁਸੀਂ ਆਪਣੇ ਜਿਹੜੇ ਇਮੋਸ਼ਨਸ ਨੇ ਨਾ ਰੱਦੇ ਅਮਲ ਦੇ ਵਕਤ ਅਗਰ ਉਹਨਾਂ ਤੇ ਤੁਸੀਂ ਕੰਟਰੋਲ ਪਾ ਜਾਂਦੇ ਹੋ, ਉਹਨਾਂ ਨੂੰ ਤੁਸੀਂ ਵਕਤ ਦਿੰਦੇ ਹੋ ਤੇ ਤੁਸੀਂ ਇੱਕ ਬਹੁਤ ਹੀ ਕਾਮਯਾਬ ਇਨਸਾਨ ਹੈਗੇ ਹੋ। ਇਹ ਨਾ ਹੋਵੇ ਕਿ ਤੁਸੀਂ ਉਹਨਾਂ ਇਮੋਸ਼ਨਸ ਦੇ ਗੁਲਾਮ ਹੋ ਜਾਓ। ਹੋਣਾ ਤੇ ਇਹ ਚਾਹੀਦਾ ਨਾ ਕਿ ਇਨਸਾਨ ਦਾ ਆਪਣੇ ਜਜ਼ਬਾਤ ਤੇ ਕੰਟਰੋਲ ਹੋਣਾ ਚਾਹੀਦਾ ਹੈ, ਨਾ ਕਿ ਜਜ਼ਬਾਤ ਇਨਸਾਨ ਤੇ ਜਿਹੜਾ ਉਹ ਕੰਟਰੋਲ ਕਰ ਲੈਣ। ਇਸ ਵਾਸਤੇ ਮੂਡ ਜਿਹੜਾ ਉਹ ਬਾਦਸ਼ਾਹ ਸਲਾਮਤ ਦਾ ਖਰਾਬ ਹੋਇਆ, ਉਹ ਇਸ ਵਜ੍ਹਾ ਤੋਂ ਖਰਾਬ ਨਹੀਂ ਹੋਇਆ ਕਿ ਜੀ ਉਹ ਮੱਖੀ ਗਿਰ ਗਈ। ਦਰਅਸਲ ਉਹਦਾ ਮਤਲਬ ਇਹ ਹੈ ਕਿ ਬਾਦਸ਼ਾਹ ਸਲਾਮਤ ਆਪਣੇ ਜਿਹੜੇ ਇਮੋਸ਼ਨਸ ਤੇ ਜਜ਼ਬਾਤ ਤੇ ਕੰਟਰੋਲ ਨਾ ਰੱਖ ਸਕੇ। ਔਰ ਇਹਦੀ ਇੱਕ ਬੜੀ ਆਰਟ ਹੈ ਕਿ ਇਹਨੂੰ ਪ੍ਰੈਕਟਿਸ ਕਰਨਾ ਪਏਗਾ ਕਿ ਤੁਸੀਂ ਆਪਣੇ ਪਾਵਰ ਆਫ ਇਮੋਸ਼ਨਸ ਜਿਹੜੀਆਂ ਨੇ ਇਹਨਾਂ ਨੂੰ ਤੁਸੀਂ ਚੈਨਲਾਈਜ਼ ਕਿਵੇਂ ਕਰਨਾ ਹੈ, ਸਹੀ ਸਮਝ ਕਿਵੇਂ ਦੇਣੀ ਹੈ। ਔਰ ਉਹਦੀ ਇੱਕ ਆਰਟ ਹੈ ਪ੍ਰੈਕਟਿਸ ਕਰਨ ਦੀ ਕਿ ਤੁਸੀਂ ਜਿਸ ਸਿਚੁਏਸ਼ਨ ਦੇ ਵਿੱਚ ਵੀ ਹੈ ਹੋ ਤੁਸੀਂ ਫੌਰੀ ਤੌਰ ਤੇ ਉਹਦਾ ਰੱਦੇ ਅਮਲ ਨਾ ਦਿਓ, ਬਲਕਿ ਸੋਚ ਸਮਝ ਕੇ ਉਹਦੇ ਤੇ ਰੱਦੇ ਅਮਲ ਦਿਓਗੇ ਤੇ ਉਹ ਇੱਕ ਬਿਹਤਰ ਰੱਦੇ ਅਮਲ ਹੋਏਗਾ ਔਰ ਉਹਦੇ ਨਾਲ ਤੁਹਾਡੇ ਰਿਲੇਸ਼ਨਸ਼ਿਪ ਵੀ ਖਰਾਬ ਨਹੀਂ ਹੋਣਗੇ। ਤੁਹਾਡਾ ਜਿਹੜਾ ਫੈਸਲਾ ਨਾ ਉਹ ਵੀ ਦਰੁਸਤ ਜਿਹੜਾ ਉਹ ਫੈਸਲਾ ਹੋਏਗਾ। ਲੇਕਿਨ ਵਿਦਆਊਟ ਥਿੰਕਿੰਗ, ਕੋਈ ਸੋਚਣ ਤੋਂ ਬਗੈਰ ਅਗਰ ਤੁਸੀਂ ਫੌਰੀ ਤੌਰ ਤੇ ਉਹਦਾ ਰੱਦੇ ਅਮਲ ਦੇ ਦਿੰਦੇ ਹੋ, ਤੁਸੀਂ ਬਾਅਦ ਵਿੱਚ ਖੁਦ ਵੀ ਉੱਤੇ ਪਛਤਾਉਂਦੇ ਹੋ ਔਰ ਤੁਹਾਡੇ ਰਿਲੇਸ਼ਨਸ਼ਿਪ ਵੀ ਉਹਦੇ ਨਾਲ ਜਿਹੜਾ ਉਹ ਖਰਾਬ ਹੋ ਜਾਂਦੇ ਨੇ। ਔਰ ਇਹਦਾ ਮਤਲਬ ਕਤਈ ਤੌਰ ਤੇ ਇਹ ਨਹੀਂ ਕਿ ਤੁਹਾਨੂੰ ਰਿਐਕਟ ਨਹੀਂ ਕਰਨਾ ਚਾਹੀਦਾ। ਰਿਐਕਟ ਦਾ ਤੇ ਰਿਸਪੌਂਡ ਕਰਨ ਦਾ ਦੋਨਾਂ ਦਾ ਫਰਕ ਹੈ।
ਰਿਐਕਟ ਜਿਹੜਾ ਉਹ ਨੈਗੇਟਿਵ ਟਰਮੀਨੋਲੋਜੀ ਦੇ ਵਿੱਚ ਆ ਜਾਂਦਾ ਕਿ ਤੁਸੀਂ ਫੌਰੀ ਤੌਰ ਤੇ ਰੱਦ ਅਮਲ ਕਿਸੇ ਸ਼ੈ ਦਾ ਦਿੱਤਾ, ਤੁਸੀਂ ਆਪਣੇ ਐਂਗਰ ਵਿੱਚ ਜਜ਼ਬਾਤੀ ਇਮੋਸ਼ਨਲ ਤੁਸੀਂ ਉਹ ਬਲੈਕਮੇਲ ਹੋ ਗਏ ਜਾਂ ਇਮੋਸ਼ਨ ਦੀ ਬੇਸਿਸ ਤੇ ਕੋਈ ਫੈਸਲਾ ਕਰ ਲਿਆ, ਰੱਦ ਅਮਲ ਦੇ ਦਿੱਤਾ। ਇੱਕ ਹੁੰਦਾ ਰਿਸਪੌਂਡ ਕਰਨਾ, ਕਿ ਅਗਰ ਬੰਦਾ ਤੁਹਾਡੇ ਸਾਹਮਣੇ ਜਿਹੜਾ ਬੈਠਾ ਉਹਨੇ ਕੋਈ ਗੱਲ ਐਸੀ ਕਰਤੀ, ਉਹਨੂੰ ਤੁਸੀਂ ਰਿਸਪੌਂਡ ਕਰਨਾ ਹੈ ਤੇ ਤੁਸੀਂ ਜਜ਼ਬਾਤ ਦੀ ਬੁਨਿਆਦ ਤੇ ਨਹੀਂ, ਇੱਕ ਲਮਹੇ ਵਾਸਤੇ ਲੰਬਾ ਸਾਂਸ ਲਓ, ਰੁਕ ਜਾਓ ਔਰ ਉਸ ਤੋਂ ਬਾਅਦ ਕਿਸੇ ਦਲੀਲ ਦੀ ਬੁਨਿਆਦ ਤੇ ਉਹਨੂੰ ਰਿਸਪੌਂਡ ਕਰੋ। ਜਜ਼ਬਾਤ ਦੀ ਬੁਨਿਆਦ ਤੇ ਰਿਸਪੌਂਡ ਕਰੋਗੇ ਤਾਂ ਰਿਸਪੌਂਸ ਠੀਕ ਨਹੀਂ ਹੋਏਗਾ। ਅਗਰ ਤੁਸੀਂ ਰੁਕ ਜਾਓਗੇ, ਠਹਿਰ ਜਾਓਗੇ, ਇੱਕ ਲੰਬਾ ਸਾਂਸ ਲਓਗੇ ਔਰ ਤੁਹਾਨੂੰ ਮਹਿਸੂਸ ਹੋਏਗਾ ਤੁਹਾਡੇ ਜਜ਼ਬਾਤ ਤੁਹਾਡੇ ਕੰਟਰੋਲ 'ਚ ਨੇ, ਤੁਸੀਂ ਸੋਚ ਕੇ ਸਮਝ ਕੇ ਉਹ ਰਿਸਪੌਂਡ ਕਰੋਗੇ ਉਹਨੂੰ, ਤੇ ਉਹ ਤੁਹਾਡੇ ਨਾਲ ਨਾਰਾਜ਼ ਵੀ ਨਹੀਂ ਹੋਏਗਾ ਔਰ ਮੁਮਕਿਨ ਹੈ ਤੁਹਾਡੀ ਗੱਲ ਤੇ ਉਹ ਇਤਫਾਕ ਵੀ ਕਰ ਜੇ। ਦਰਅਸਲ ਜਿਸ ਵੇਲੇ ਤੁਸੀਂ ਜਜ਼ਬਾਤ ਦੇ ਵਿੱਚ ਬਹਿ ਕੇ ਫੌਰੀ ਤੌਰ ਤੇ ਰੱਦ ਅਮਲ ਦਿੰਦੇ ਹੋ ਨਾ, ਤੇ ਤੁਸੀਂ ਸੱਚਾਈ ਦਾ ਗਲਾ ਘੁੱਟ ਰਹੇ ਹੁੰਦੇ ਹੋ। ਤੁਸੀਂ ਇਹ ਸਾਬਤ ਕਰ ਰਹੇ ਹੁੰਦੇ ਹੋ ਕਿ ਨਹੀਂ ਤੁਸੀਂ ਹੀ ਠੀਕ ਹੋ, ਦੂਸਰਾ ਬੰਦਾ ਗਲਤ ਹੈ। ਲੇਕਿਨ ਜਿਸ ਵੇਲੇ ਤੁਸੀਂ ਇਹ ਰੱਦ ਅਮਲ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਉਹ ਜਿਹੜੇ ਫਰੀਕੈਨ ਨੇ ਉਹ ਆਪਣਾ ਪੁਆਇੰਟ ਆਫ ਵਿਊ ਸਾਬਤ ਕਰਨ ਵਾਸਤੇ ਐਂਗਰ ਵਿਖਾਉਂਦੇ ਨੇ, ਫਰਸਟ੍ਰੇਟ ਹੁੰਦੇ ਨੇ, ਗੁੱਸੇ 'ਚ ਆਉਂਦੇ ਨੇ ਔਰ ਅਲਟੀਮੇਟਲੀ ਤੁਹਾਡੇ ਸਟ੍ਰੈਸ 'ਚ ਸਾਹਮਣੇ ਆਉਂਦਾ, ਜਿਹੜਾ ਕਿ ਓਵਰਆਲ ਤੁਹਾਡੀ ਪਰਸਨੈਲਿਟੀ ਨੂੰ ਡੈਮੇਜ ਕਰਦਾ ਔਰ ਤੁਹਾਡੀ ਹੈਲਥ ਨੂੰ ਵੀ ਡੈਮੇਜ ਕਰਦਾ। ਦੇਅਰਫੋਰ ਇਹਦੇ 'ਚ ਸਭ ਤੋਂ ਪਹਿਲੀ ਗੱਲ ਤਾਂ ਇਹੋ ਹੀ ਹੈਗੀ ਕਿ ਤੁਸੀਂ ਉਹ ਪ੍ਰੈਕਟਿਸ ਕਰੋ ਕਿ ਆਪਣੇ ਇਮੋਸ਼ਨਸ ਨੂੰ ਤੁਸੀਂ ਕੰਟਰੋਲ ਕਿਵੇਂ ਕਰਨਾ ਹੈ। ਔਰ ਇਮੋਸ਼ਨਸ ਨੂੰ ਕੰਟਰੋਲ ਕਰਨ ਦਾ ਬਿਹਤਰੀਨ ਤਰੀਕਾ ਪ੍ਰੈਕਟਿਸ ਕਰਨ ਦਾ ਇਹ ਹੈਗਾ, ਫॉर ਐਗਜ਼ਾਮਪਲ ਮੈਡੀਟੇਸ਼ਨ ਹੈ। ਤੁਸੀਂ ਸਿਨੈਰੀਓਜ਼ ਡਿਵੈਲਪ ਕਰੋ, ਇੱਕ ਜਗ੍ਹਾ ਤੇ ਬੈਠੇ ਹੋ, ਸਿਨੈਰੀਓ ਡਿਵੈਲਪ ਕਰੋ ਕਿ ਕਿਸੇ ਬੰਦੇ ਨੇ ਤੁਹਾਡੇ ਕੋਲ ਆ ਕੇ ਤੇ ਉਹ ਗੱਲ ਕਰ ਦਿੱਤੀ ਏ, ਕੀਤੀ ਨਹੀਂ ਲੇਕਿਨ ਸਿਨੈਰੀਓ ਡਿਵੈਲਪ ਕਰ ਰਹੇ ਹੋ ਤੁਸੀਂ ਕਿ ਜਿਹਦੇ ਤੋਂ ਤੁਹਾਨੂੰ ਸਖਤ ਨਫ਼ਰਤ ਹੈ, ਤੁਹਾਨੂੰ ਸਖਤ ਤਕਲੀਫ ਹੈ ਔਰ ਤੁਸੀਂ ਉਹਦਾ ਫੌਰੀ ਰੱਦੇ ਅਮਲ 1 ਮਿੰਟ 2 ਮਿੰਟ ਦੇ ਵਿੱਚ ਨਹੀਂ ਬਲਕਿ 2 4 5 ਮਿੰਟ ਵਿੱਚ ਠਹਿਰ ਕੇ ਜਦੋਂ ਤੁਹਾਡੇ ਇਮੋਸ਼ਨਸ ਜਿਹੜੇ ਨੇ ਸਟੇਬਲ ਹੋ ਜਾਂਦੇ ਨੇ ਉਦੋਂ ਤੁਸੀਂ ਜਵਾਬ ਦਿੱਤਾ ਹੈ। ਇਹਨੂੰ ਬਾਰ-ਬਾਰ ਤੁਸੀਂ ਇਹਨੂੰ ਪ੍ਰੈਕਟਿਸ ਕਰੋਗੇ ਨਾ ਤੇ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਇਮੋਸ਼ਨਸ ਨੂੰ ਚੈਨਲਾਈਜ਼ ਕਰ ਸਕਦੇ ਹੋ ਔਰ ਬਿਹਤਰ ਰਿਸਪੌਂਡ ਕਰ ਸਕਦੇ ਹੋ। ਇਹ ਯਾਦ ਰਹੇ ਚੀਜ਼ ਕਿ ਇੱਕ ਹੁੰਦੀ ਹੈ ਚੀਜ਼ ਕਿ ਤੁਸੀਂ ਸ਼ਿਕਸਤ ਦੇਣੀ ਹੈ ਕਿਸੇ ਨੂੰ, ਝੂਠ ਹੈ ਜਾਂ ਸੱਚ ਹੈ, ਆਪਣੇ ਆਰਗੂਮੈਂਟਸ ਦੀ ਬੇਸ ਤੇ। ਅਸਲ ਗੱਲ ਤੁਸੀਂ ਆਪਣੇ ਨਫਸ ਨੂੰ, ਆਪਣੇ ਇਮੋਸ਼ਨਸ ਨੂੰ ਜਿਹੜਾ ਅਗਰ ਕੰਟਰੋਲ ਕਰ ਲਿਆ, ਤੁਸੀਂ ਆਪਣੇ ਆਪ ਨੂੰ ਸ਼ਿਕਸਤ ਦੇ ਲਈ, ਕੰਕਰ ਕਰ ਲਿਆ। ਔਰ ਇਹ ਉਹ ਸ਼ਿਕਸਤ ਹੈ ਜਿਹੜਾ ਕਿਸੇ ਵੀ ਆਰਮੀ ਨੂੰ ਸ਼ਿਕਸਤ ਦੇਣ ਤੋਂ ਬਿਹਤਰ ਹੈ ਕਿ ਤੁਸੀਂ ਆਪਣਾ ਵਕਤ ਵੀ ਜ਼ਾਇਆ ਕਰੋਗੇ ਅਗਰ ਤੁਸੀਂ ਆਰਗੂਮੈਂਟਸ ਕਰਦੇ ਰਹੋਗੇ। ਅਗਰ ਤੁਹਾਡਾ ਰਿਸਪੌਂਸ ਥਾਟਫੁਲ ਹੋਏਗਾ, ਮਾਈਂਡਫੁਲ ਹੋਏਗਾ, ਅਗਲੇ ਬੰਦੇ ਤੇ ਉਹਦਾ ਜਿਹੜਾ ਉਹ ਇੰਪੈਕਟ ਡੈਫੀਨੇਟਲੀ ਆਏਗਾ। ਇਸ ਵਾਸਤੇ ਖੁਸ਼ ਰਹਿਣ ਵਾਸਤੇ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਆਪਣੇ ਅੰਦਰ ਹਮਦਰਦੀ ਦੇ ਜਜ਼ਬਾਤ ਪੈਦਾ ਕੀਤੇ ਜਾਣ, ਆਪਣੇ ਆਪ ਨੂੰ ਗੁੱਸੇ, ਪਰੇਸ਼ਾਨੀ ਔਰ ਪੋਜੈਸ਼ਨ ਦਾ, ਇਹ ਤਿੰਨੇ ਚੀਜ਼ਾਂ ਜਿਹੜੀ ਨੇ ਐਂਗਰ ਤੇ ਐਂਗਜ਼ਾਇਟੀ ਤੇ ਪੋਜੈਸ਼ਨ, ਇਹ ਤੁਹਾਨੂੰ ਗੁਲਾਮ ਬਣਾਉਂਦੀਆਂ ਨੇ। ਅਗਰ ਇਹਨਾਂ ਤਿੰਨਾਂ ਦੀ ਤੋਂ ਤੁਸੀਂ ਆਜ਼ਾਦ ਹੋ ਜਾਂਦੇ ਹੋ, ਤੁਸੀਂ ਕੰਫਰਟ ਆਪਣੀ ਜ਼ਿੰਦਗੀ 'ਚ ਮਹਿਸੂਸ ਕਰੋਗੇ। ਤੁਹਾਡਾ ਸੁਸਾਇਟੀ ਦੇ ਵਿੱਚ ਜਿਹੜਾ ਇੱਕ ਰੈਕਗਨੀਸ਼ਨ ਹੈ ਨਾ, ਇੱਕ ਅੱਛੇ ਸਿਆਣੇ ਬੰਦੇ ਦੀ ਜਿਹੜੀ ਹੋਏਗੀ ਕਿ ਇਹ ਜਜ਼ਬਾਤੀ ਆਦਮੀ ਨਹੀਂ, ਜਜ਼ਬਾਤ ਤੋਂ ਮਗਲੂਬ ਨਹੀਂ ਹੁੰਦਾ, ਬਲਕਿ ਇਹ ਸੱਚੀ ਗੱਲ ਕਰਦਾ ਹੈ ਔਰ ਦਲੀਲ ਦੇ ਨਾਲ ਇਹ ਗੱਲ ਕਰਦਾ ਹੈ। ਔਰ ਬਿਲਅਮੂਮ ਤੁਸੀਂ ਜੇ ਮਾਜ਼ੀ ਵਿੱਚ ਪਏ ਰਹੋ ਕਿ ਮਾਜ਼ੀ 'ਚ ਇਹ ਹੋਇਆ, ਇਹ ਹੋਇਆ, ਇਹ ਹੋਇਆ, ਫਿਊਚਰ ਦੇ ਵਿੱਚ ਇਹ ਹੋਣਾ, ਇਹ ਹੋਣਾ, ਇਹ ਹੋਣਾ, ਇਹਨਾਂ ਗੱਲਾਂ ਨਾਲੋਂ ਹਟ ਕੇ ਤੁਸੀਂ ਪ੍ਰੈਜ਼ੈਂਟ ਤੇ ਅਗਰ ਗੌਰ ਕਰੋ ਨਾ ਤੇ ਉਹ ਜ਼ਿਆਦਾ ਮੇਰਾ ਖਿਆਲ ਮੁਅੱਸਰ ਹੋਏਗਾ।